ਨਮਸਕਾਰ ਦੋਸਤੋ, ਪਿਛਲੇ ਲੈਕਚਰਾਂ ਦੇ ਵਿੱਚ ਆਪਾਂ ਅਰਿਥਮੈਟਿਕ ਪ੍ਰੋਗਰੈਸ਼ਨਸ ਅੰਕ ਗਣਿਤਕ ਲੜੀਆਂ ਬਾਰੇ ਬਹੁਤ ਡਿਟੇਲ ਦੇ ਵਿੱਚ ਚਰਚਾ ਕੀਤੀ ਹੈ। ਟੌਪਿਕ ਬਾਏ ਟੌਪਿਕ ਆਪਾਂ ਲੈਕਚਰਾਂ ਨੂੰ ਦੇਖਿਆ ਸੁਣਿਆ, ਬਹੁਤ ਡਿਟੇਲ 'ਚ ਉਹਨੂੰ ਆਪਾਂ ਸਮਝਿਆ ਹੈ। ਅੱਜ ਜਿਹੜੀ ਆਪਾਂ ਗੱਲ ਕਰਨ ਜਾ ਰਹੇ ਹਾਂ, ਆਪਾਂ ਉਸਦੇ ਲਰਨਿੰਗ ਆਊਟਕਮਸ ਦੀ ਗੱਲ ਕਰਨ ਜਾ ਰਹੇ ਹਾਂ। ਬੇਸਿਕਲੀ ਉਸ ਦੇ ਕਨਸੈਪਟ ਤੇ ਗੱਲ ਕਰਨ ਜਾ ਰਹੇ ਹਾਂ, ਸਿੱਖਣ ਉਦੇਸ਼ ਦੀ ਗੱਲ ਕਰਨ ਜਾ ਰਹੇ ਹਾਂ, ਤੇ ਜਿਸ ਤੇ ਆਪਾਂ ਹੁਣ ਪੈਸ ਜਾਂ ਨੈਸ ਦੀ ਸਟੱਡੀ, ਦੇਖੋ ਤੁਹਾਨੂੰ ਵੀ ਪਤਾ ਹੈ ਬੜੀ ਜ਼ੋਰਾਂ ਸ਼ੋਰਾਂ ਤੇ ਚੱਲ ਰਹੀ ਹੈ। ਤਾਂ ਅੱਜ ਇਸ ਲੈਕਚਰ ਦੇ ਵਿੱਚ ਜਿਹੜੀ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਪੈਸ ਦੀ ਗੱਲ ਕਰਨ ਜਾ ਰਹੇ ਹਾਂ, ਸਿੱਖਣ ਉਦੇਸ਼ਾਂ ਤੇ ਗੱਲ ਕਰਨ ਜਾ ਰਹੇ ਹਾਂ ਕਿ ਕਿਵੇਂ ਏਪੀ ਦੇ ਵਿੱਚੋਂ ਕੁਐਸਚਨਸ ਨੂੰ ਆਪਾਂ ਪੈਸ ਜਾਂ ਨੈਸ 'ਚ ਦੇਖ ਸਕਦੇ ਹਾਂ, ਕਿਵੇਂ ਆਪਾਂ ਕੁਐਸਚਨਸ ਨੂੰ ਹੱਲ ਕਰਨਾ ਹੈ। ਨया ਕੁਛ ਨਹੀਂ ਹੈਗਾ, ਬਸ ਕੁਝ ਕੁ ਸਟੈਂਡਰਡ ਰਿਜ਼ਲਟਸ ਹੁੰਦੇ ਨੇ ਜਾਂ ਕੁਝ ਕੁ ਸ਼ਾਰਟ ਟ੍ਰਿਕਸ ਹੁੰਦੀਆਂ ਨੇ ਜਿਹਦੇ ਬਿਹਾਫ ਤੇ ਆਪਾਂ ਕੁਐਸਚਨ ਨੂੰ ਥੋੜਾ ਜਿਹਾ ਜਲਦੀ ਸੋਲਵ ਕਰ ਸਕਦੇ ਹਾਂ। ਉਸ ਤੇ ਆਪਾਂ ਗੱਲ ਕਰਦੇ ਹਾਂ। ਆਪਾਂ ਨੂੰ ਪਤਾ ਹੈ ਸਭ ਤੋਂ ਪਹਿਲਾਂ ਏਪੀ ਹੈ ਕੀ। ਉਹ ਲੜੀ ਜਿਸ ਵਿੱਚ ਜੋ ਅੰਤਰ ਹੈ ਉਹ ਕੀ ਹੋਵੇ, ਬਰਾਬਰ ਹੋਵੇ, ਉਹ ਆਪਣੇ ਕੋਲੇ ਕੀ ਹੁੰਦੀ ਹੈ, ਏਪੀ ਹੁੰਦੀ ਹੈ। ਉਸ ਤੋਂ ਬਾਅਦ ਜਿਹੜੀ ਆਪਾਂ ਗੱਲ ਕੀਤੀ ਸੀ ਇਸ ਦੇ 90ਵੇਂ ਪਦ ਦੀ, ਜਰਨਲ ਟਰਮ ਜਿਸ ਨੂੰ ਆਪਾਂ ਬੋਲਦੇ ਹਾਂ, ਆਮ ਪਦ ਜਿਸ ਨੂੰ ਆਪਾਂ ਬੋਲਦੇ ਹਾਂ, ਆਪਾਂ ਉਹਦੀ ਗੱਲ ਕੀਤੀ ਸੀ ਕਿ ਏਪੀ ਦਾ ਜਿਹੜਾ ਆਮ ਪਦ ਦਾ ਫਾਰਮੂਲਾ ਹੈ ਉਹ ਹੈਗਾ a + n - 1d। ਇਹ ਫਾਰਮੂਲਾ ਹੈ ਜਿੱਥੇ a ਪਹਿਲਾ ਪਦ, d ਅੰਤਰ, n ਜਿਸ ਦੀ ਉਹ ਗੱਲ ਕਰ ਰਿਹਾ ਹੈ। ਅਗਰ 10ਵੇਂ ਦੀ ਗੱਲ ਕਰ ਰਿਹਾ 10ਵਾਂ ਪਦ, 5ਵੇਂ ਦੀ ਗੱਲ ਕਰ ਰਿਹਾ n 5 ਹੋ ਗਿਆ, 18ਵੇਂ ਦੀ ਗੱਲ ਕਰ ਰਿਹਾ n 18 ਹੋ ਗਿਆ, 24ਵੇਂ ਦੀ ਗੱਲ ਕਰ ਰਿਹਾ n 24 ਹੋ ਗਿਆ। ਹੁਣ ਇਹਦੇ ਵਿੱਚ ਕੁਝ ਕੁ ਟਰਮਸ ਜੋ ਤੁਹਾਡੇ ਧਿਆਨ 'ਚ ਹੋਣੀਆਂ ਚਾਹੀਦੀਆਂ, ਜੋ ਆਪਾਂ ਨੂੰ ਕੰਮ ਆਉਣਗੀਆਂ ਕਿ ਜਿਹੜਾ nਵਾਂ ਪਦ ਹੈ ਜਾਂ ਆਪਾਂ ਕਹਿੰਦੇ ਹਾਂ ਆਮ ਪਦ ਹੈ, ਉਸ ਵਿੱਚ ਜਿਹੜਾ n ਦਾ ਗੁਣਾਂਕ ਹੁੰਦਾ ਹੈ ਉਹ ਹਮੇਸ਼ਾ ਅੰਤਰ ਹੁੰਦਾ ਹੈ। ਕਿਵੇਂ, ਮੈਂ ਉਦਾਹਰਨ ਲੈ ਕੇ ਸਮਝਾਣਾ, ਜਲਦੀ ਸਮਝ ਆ ਜੂ। ਜਿਹੜਾ n ਦਾ ਗੁਣਾਂਕ ਹੁੰਦਾ ਉਹ ਅੰਤਰ ਹੁੰਦਾ ਹੈ। ਕਿਵੇਂ ਹੁੰਦਾ, ਦੇਖੋ ਧਿਆਨ ਨਾਲ। ਕੁਐਸਚਨ ਹੈ ਜਿਵੇਂ ਕਿਸੇ ਏਪੀ ਦਾ nਵਾਂ ਪਦ 3 - 4 ਹੈ ਤਾਂ ਅੰਤਰ ਪਤਾ ਕਰੋ। ਤਾਂ ਅੰਤਰ ਪਤਾ ਕਰੋ। ਇੱਥੇ ਦੇਖੋ n ਦੀ ਕਿਹਦੇ ਨਾਲ ਗੁਣਾ ਹੈ, 3 ਦੇ ਨਾਲ, ਤਾਂ ਜਿਹੜਾ ਅੰਤਰ ਹੋਣਾ ਹੈ ਉਹ ਕਿੰਨਾ ਹੋਣਾ ਹੈ, 3 ਹੋਣਾ ਹੈ। ਇਹਨੂੰ ਹੱਲ ਕਰਨ ਦੀ ਲੋੜ ਨਹੀਂ ਹੈਗੀ। ਚੈੱਕ ਕਰਕੇ ਆਪਾਂ ਦੇਖ ਸਕਦੇ ਹਾਂ। ਤੁਸੀਂ ਅਗਰ ਉਹਨੂੰ ਚੈੱਕ ਕਰਨਾ ਚਾਹੋ ਚੈੱਕ ਕਰ ਸਕਦੇ ਹੋ। ਇੱਥੇ ਦੇਖੋ ਧਿਆਨ ਨਾਲ, ਅਗਰ ਮੈਂ ਡਾਇਰੈਕਟ ਲਿਖਾਂ, ਇੱਥੇ ਆਪਾਂ ਬ੍ਰੈਕਟਾਂ ਖੋਲੀਆਂ, d ਦੀ ਪਹਿਲਾਂ n ਨਾਲ ਫਿਰ 1 ਨਾਲ, ਤਾਂ ਕਲੀਅਰ ਹੈ n ਦੇ ਨਾਲ ਕਿਹਦੀ ਗੁਣਾ ਹੈ, d ਦੀ ਹੈ, ਤੇ d ਆਪਣੇ ਕੋਲ ਕੀ ਹੁੰਦਾ ਹੈ, ਅੰਤਰ। ਤਾਂ ਫਿਰ ਇਹਦਾ ਮਤਲਬ ਕੀ ਹੋ ਗਿਆ, ਜਿਹੜੀ n ਦੀ ਜਿਹਦੇ ਨਾਲ ਗੁਣਾ ਹੈ, n ਦਾ ਜਿਹੜਾ ਗੁਣਾਂਕ ਹੈ ਉਹ ਕੀ ਹੋ ਗਿਆ, d ਹੋ ਗਿਆ। d ਦਾ ਮਤਲਬ ਕੀ ਹੋ ਗਿਆ, ਅੰਤਰ ਹੋ ਗਿਆ। ਤਾਂ ਜਦੋਂ nਵਾਂ ਪਦ ਦਿੱਤਾ ਹੋਇਆ ਹੈ, ਜਿਹੜਾ n ਦਾ ਗੁਣਾਂਕ ਹੁੰਦਾ ਹੈ ਉਹ ਕੀ ਹੁੰਦਾ ਹੈ, ਹਮੇਸ਼ਾ ਅੰਤਰ ਹੁੰਦਾ ਹੈ। ਹੋਰ ਉਦਾਹਰਨ ਦੇਖੋ, ਆਮ ਪਦ 5n - 4, ਤਾਂ ਫਿਰ ਅੰਤਰ ਕਿੰਨਾ ਹੋਣਾ ਹੈ, ਹਾਂਜੀ n ਦੇ ਕਿਹਦੇ ਨਾਲ ਗੁਣਾ ਹੈ, 5 ਨਾਲ, ਤਾਂ ਅੰਤਰ ਕਿੰਨਾ ਹੋਣਾ ਹੈ, 5। ਹੋਰ ਐਗਜ਼ਾਮਪਲ, ਅਗਰ ਆਮ ਪਦ 4 - 7n ਹੈ ਤਾਂ ਅੰਤਰ ਕਿੰਨਾ ਹੋਣਾ ਹੈ, n ਦੀ ਗੁਣਾ ਨਿਸ਼ਾਨ ਸਮੇਤ -7 ਨਾਲ, ਤਾਂ ਅੰਤਰ ਕਿੰਨਾ ਹੋ ਗਿਆ, -7। ਤਾਂ ਇਹ ਦੇਖੋ ਛੋਟੀ ਛੋਟੀਆਂ ਗੱਲਾਂ ਨੇ ਜਿਹੜੀਆਂ ਆਪਾਂ ਡਾਇਰੈਕਟ ਧਿਆਨ 'ਚ ਰੱਖ ਸਕਦੇ ਹਾਂ, ਜੋ ਆਪਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਏਪੀ ਦੀਆਂ। ਹੋਰ ਐਗਜ਼ਾਮਪਲ ਦੇਖ ਸਕਦੇ ਹਾਂ ਆਪਾਂ, ਆਮ ਪਦ ਜਾਂ nਵਾਂ ਪਦ ਕਿਸੇ ਵੀ ਏਪੀ ਦਾ 3/2n - 5/4 ਹੈ, ਕਿਉਂਕਿ ਇਹ ਵਟਿਆਂ 'ਚ ਵੀ ਆ ਸਕਦਾ, ਕੋਈ ਦਿੱਕਤ ਨਹੀਂ। n ਵਾਲੀ ਰਕਮ ਆ ਰਹੀ, n ਦਾ ਗੁਣਾਂਕ ਕਿੰਨਾ, ਇੱਥੇ ਦੇਖੋ n ਦੀ ਕਿਹਦੇ ਨਾਲ ਗੁਣਾ ਹੈ, 3/2 ਨਾਲ, ਤਾਂ ਜਿਹੜਾ ਅੰਤਰ ਹੋ ਗਿਆ ਉਹ ਕੀ ਹੋ ਗਿਆ, 3/2 ਹੋ ਗਿਆ। ਤਾਂ ਇਹ ਸੀ ਪਹਿਲੀ ਗੱਲ ਜਿਹੜੀ ਆਪਾਂ ਗੱਲ ਕਰਨੀ ਹੈ। ਜਦੋਂ ਆਪਣੇ ਕੋਲੇ ਆਮ ਪਦ ਦਿੱਤਾ ਹੁੰਦਾ, nਵਾਂ ਪਦ ਦਿੱਤਾ ਹੁੰਦਾ ਹੈ, ਤਾਂ ਜੋ ਉੱਥੇ n ਦਾ ਗੁਣਾਂਕ ਹੈ, n ਦੀ ਜਿਸ ਨਾਲ ਗੁਣਾ ਹੈ, ਉਹ ਅਸਲ ਦੇ ਵਿੱਚ ਕੀ ਹੁੰਦਾ, ਆਪਣੇ ਕੋਲੇ ਅੰਤਰ ਹੁੰਦਾ ਹੈ। ਇਹ ਸੀ ਆਪਣਾ ਪਹਿਲੀ ਗੱਲ। ਹੁਣ ਆਪਾਂ ਹੋਰ ਤੇ ਚੱਲਦੇ ਹਾਂ।
अगर किसी एपी का nवां पद, किसी एपी का nवां पद 3n + 5 है, तो क्वेश्चन आ गया 10वां पद पता करो। देखो क्वेश्चन आ रहा एक 10वां पद सीधा पता करना है। एक तो की सी आप एपियां कढ़ते हैं, पहला n ਨੂੰ 1 2 3 भर के आप हल करते हैं, उदों बाद आप की करांगे 10वां पद, लेकिन नहीं, n का मतलब गिनती है। तो जेड़े पद की गल की है, 10वें की गल की है तो n 10 आ गया, 15वें की गल की है n 15 आ गया, 25वें की गल की है n 25 आ गया। तो फिर इत्थे 10वां पद की हो गया, जिथे n है उत्थे आपां की भर दांगे 10। ये मैं ताही लिखिया जान के, क्योंकि n की जगह ते आपां भरना है, आपां तां सीधा लिखांगे। देखो 3 × 10 + 5, 3 10 30, 30 + 5 35। तो जिहड़ा nवां पद है वो 10वां पद है, वो अपना nवें पद तो आराम दे नाल निकल सकता है। आपां सिर्फ कीमत भरनी है। होर देखते हैं आपां, किसी एपी का nवां पद 5 - 3n है, तो 12वां पद पता करो। हुण आपां नूं की दिता होया हल दे विच, आम पद nवां पद आपां नूं दिता होया है, किन्ना दिता होया है 5 - 3n। केड़ा कढना है 12वां पद। 12वें पद का मतलब n की कीमत कितनी आ गई 12, तो जिथे n है उत्थे आपां 12 भर दांगे। 12 तीए 36, 31 निशान वड्डी संख्या का, जो वड्डी संख्या के अगे निशान है, तो 12वां पद की हो गया अपने कोले -31। हुण आपां अगे चलते हैं, जो गल करनी है ये तो सी सिर्फ nवें पद की। हुण एपी आपां नूं दित्ती हुई है अखीरला पद, क्योंकि आपां नूं पता है जो nवां पद है, जो आम पद है, उसनूं आपां अखीरला पद भी कंसिडर करते हैं। एल जिसनों आप लैके चलते हैं, आप अखीरला पद भी कंसिडर करते हैं। जिवें क्वेश्चन है एपी 3 8 13 विच 78 किनवा पद है। एक तो क्वेश्चन यह है अपने को, या यदि ही स्टेटमेंट मोल्ड हो सकती है एपी 3 8 13 78 विच किन्ने पद हैं। देखो उत्थे पूछ लिया लास्ट जो नंबर है किनवा पद है, कैमा आप कहने रोल नंबर है, उत्थे आपां नूं ये पूछ लिया भी किन्ने अपने कोल टोटल पद ने, या जिवें आपां कहने क्लास किन्नी गिनती है। तो स्टार्ट करते हैं। एपी आपां नूं आ दे रखी है 78, पहली संख्या पहला पद 3, अंतर हो गया 5, क्योंकि यह वाधे क्रम दे विच है। हुण यह अखीरला है, क्योंकि इस दे विच अखीरला पद है। इत्थे किनवे की गल की है तो क्लीयर है, आप इत्थे nवां लिख सकते हैं। तो आप गल की हुई है जो अखीरला पद है वो किहड़ा हुंदा है nवां। हुण nवें दे विच a + n - 1d बराबर 78। a की कीमत 3, n आपां नूं नहीं पता, आपां पता करना है किन्ने पद ने या किनवा पद है। d आ गया 5 78। हुण इहनूं सौखा करन दे लई की करना है, देखो इहनूं आपां हल कर सकते हैं 2-3 तरीकों के नाल, लेकिन आपां इहनूं किवें हल करांगे। सब तो इंपॉर्टेंट चीज़ देखो, इहनूं इधर शिफ्ट करो, अगर ये प्लस दा है तो इधर आके कादा हो जाए माइनस दा, अगर माइनस दा है तो कादा हो जाओ प्लस दा। करता शिफ्ट। हुण आ गुना है, ये वंड होगी, वंडिया 15 5 75, तो n की आ गया 15 ते 1 16। तो इस एपी दे विच किन्ने पद हो गए 16 पद हो गए, या 78 है जो इस एपी का किनवा पद है 16वां पद है। देखो ये क्वेश्चन है जो बड़ा इंपॉर्टेंट बनता है। होर एग्जाम्पल आप लेके चलते हैं इत्थे क्वेश्चन समझण दे लई। नैक्सट एक एग्जाम्पल है अपने को एपी 4 8 12 विच 144 किनवा पद है, या ओमी
क्वेश्चन दूसरी स्टेटमेंट की बनूगी AP 4 8 12 144 विच किन्ने पद हैं। अपने को ये चीज़ है। हुण इत्थे मैं कोशिश करूँ कि रिजल्ट ड्राइव करांगे आपां। ए हो गया पहला पद ए, तो ए आ गया 4। वाधे क्रम च अंतर किन्ना किन्ना वध रहा देखो 4। 144 अपने को किहड़ा पद है अखीरला पद। अखीरले पद नूं आपां L लिखते हुंदे आ 144 ते अखीरले पद नूं की कंसीडर किया जाता है nवां पद, क्योंकि आपां नूं इस बारे नहीं पता। ये हो गया a प्लस n माइनस 1d बराबर 144। a किन्ना है 4, n नहीं पता, d किन्ना है 4। ये उधर गया 144 चो 4 घटाए 140। हुण एदी टर्न आई, ये गुण है, वंड किता, वंड करके कितना आ गया 35। 35 चौका 140। हुण वो जिहड़ा एक बच गया आप इधर जोड़ता, कितना आ गया 35 ते 1 36। तो यदा मतलब इस AP दे विच 36 पद हैं, या ये AP 144वां इस AP का की है 36वां पद है। यदा आप सॉल्व किया हुण डायरैक्ट देखो ध्यान नाल जो आप गल की है, आपां की लिखिया है जो अखीरला पद है a प्लस n माइनस 1d। अखीरले पद नूं आपां की लैके चलते हैं L। तो अपने को आ टर्म बन गई। हल किवें किया देखो, आपां ए उधर लैके गए, ए उधर गया, उधर आके काहदा हो गया घटा दा। ठीक, उस तो बाद घटा करन तो बाद इहदी आपां वंड करदे सी, ये गुण है, ये इधर जाके की बन गया वंड। उदों बाद आप एक जोड़ते सी, यही करते सी ना। देखो तो असल च हुण आपां की कीता है, देखो ध्यान नाल मैं डायरैक्ट दस रहा इस चीज़ नूं। अपने कोल की है 4 8 12 आह AP है, तो पदां दी गिनती n किहदे बराबर है, दोहां दा अंतर, दोनां दा अंतर मतलब अखीरला पद माइनस पहला पद, वो ज़्यादा सौखा है। दोहां दा अंतर वटे AP दा अंतर। अखीरले चों आपां पहला घटाता, वटे AP दा अंतर, आह एक दा की हो गया उधर जाके जोड़। तो अपने को ये फार्मूला बन गया। देखो गिनती कितनी आ गई, अखीरले पद दे विचों पहला पद घटाया बटे कितना अंतर चल रहा है 4 प्लस 1। ये हल होगा 140 प्लस 1 35 प्लस 1 बराबर है 36। तो डायरैक्ट वे नाल देखो आप इस क्वेश्चन को कर सकते हैं। तुसीं कितनियां ही एग्जाम्पल इहदियां कर सकते हो। तो अपने को क्वेश्चन बन गया कि अगर आप इहनूं डायरैक्ट हल करना होवे। हुण इस तो बाद देखते हैं सेम क्वेश्चन है अपने को इहदी स्टेटमेंट वाला। किवें 3 अंकां वालियां किन्नियां संख्यावां 7 नाल भाजयोग हन या वंडनयोग हन। 3 अंकां वालियां किन्नियां संख्यावां 7 नाल भाजयोग हन या वंडनयोग हन। हुण इत्थे देखो हल किवें करदे आं आपां। 3 अंकां वालियां संख्यावां किहड़ियां किहड़ियां ने, पहला तो वो लिखांगे 100 101 102 999 तक। आपां किन्ने नाल वंडनी है 7 नाल। 7 नाल भाजयोग किहड़ियां ने चैक करदे आं 105 112। इनू वंड के देखियो जिन्ना बाकी बच जू आपां घटा दांगे। यही आपां हल करते सी ना। हुण हल करना है, देखो फॉर्मूला मैं की लिखिया सी, अखीरला पद ਜਾਂ ਤਾਂ उम्मीद हल कर दियो, गल तो एक ही है ना। पहला पद वटे अंतर प्लस 1, अखीरला पद 994, पहला पद 105, किन्ने का अंतर चल रहा है 7 का प्लस 1। इनू घटाया 899 वटा 7 प्लस 1, एक कट्टिया 127, 127 प्लस 1।
ਤਾਂ ਕੁੱਲ ਕਿੰਨੀਆਂ ਆਪਣੇ ਕੋਲੇ ਰਕਮਾਂ ਆ ਗਈਆਂ 128 ਰਕਮਾਂ ਆ ਗਈਆਂ 128 ਪਦ ਆ ਗਏ ਆਪਣੇ ਕੋਲੇ ਇਸ ਦੇ ਨਾਲ ਸੰਬੰਧਿਤ ਜਿੱਥੇ 3 ਅੰਕਾਂ ਵਾਲੀਆਂ ਸੰਖਿਆਵਾਂ ਨੇ ਜੋ 7 ਦੇ ਨਾਲ ਕੀ ਨੇ ਭਾਜਯੋਗ ਨੇ। ਤਾਂ ਦੇਖੋ ਇਸ ਤਰੀਕੇ ਦੇ ਨਾਲ ਮੈਂ ਹੱਲ ਵੀ ਆਪਾਂ ਕਰ ਲਿਆ ਪਿਛਲੇ ਲੈਕਚਰਾਂ ਦੇ ਵਿੱਚ ਪਿਛਲੇ ਪਾਰਟ ਦੇ ਵਿੱਚ ਵੀ ਆਪਾਂ ਹੱਲ ਕੀਤਾ ਉਵੇਂ ਵੀ ਹੱਲ ਕਰ ਸਕਦੇ ਹਾਂ ਪਰ ਜਲਦੀ ਹੱਲ ਕਰਨ ਦਾ ਆਪਣੇ ਕੋਲੇ ਆਹ ਤਰੀਕਾ ਹੈ ਜਦੋਂ ਮਲਟੀਪਲ ਕੁਐਸਚਨਸ ਆ ਜਾਂਦੇ ਨੇ ਜਦੋਂ ਆਪਾਂ ਉਹਨੂੰ ਹੱਲ ਕਰਨਾ ਤਾਂ ਬੜੀ ਆਸਾਨੀ ਦੇ ਨਾਲ ਆਪਾਂ ਇਸ ਨੂੰ ਕਰ ਸਕਦੇ ਹਾਂ। ਇੱਕ ਤਰੀਕਾ ਹੋਰ ਵੀ ਹੈ ਇਸ ਦਾ ਉਹ ਵੀ ਮੈਂ ਤੁਹਾਨੂੰ ਦੱਸਦਾ ਜਿਵੇਂ ਇੱਥੇ ਹੈ ਦੇਖੋ ਤਾਂ 3 ਅੰਕਾਂ ਵਾਲੀਆਂ ਸੰਖਿਆਵਾਂ ਆਪਣੇ ਕੋਲ ਕਿਹੜੀਆਂ ਹੋ ਗਈਆਂ 100 101 102 199 ਤਾਂ ਦੇਖੋ ਆਪਾਂ ਜਿਹੜੀਆਂ ਸੰਖਿਆ ਲੈ ਕੇ ਚੱਲ ਰਹੇ ਹਾਂ ਉਹ ਆ ਲੈ ਕੇ ਚੱਲ ਰਹੇ ਹਾਂ ਹੈ ਨਾ 999 ਨੂੰ ਕਿੰਨੇ ਨਾਲ ਵੰਡਣਾ ਹੈ 7 ਨਾਲ 7 ਏਕਮ 7 2 9 7 ਚੌਕਾ 28 1 9 7 दूनी 14 ਆ 5 ਬਚ ਗਿਆ। ਤਾਂ ਇਹਦਾ ਮਤਲਬ ਕੀ ਹੋਇਆ ਆਪਣੇ ਕੋਲੇ ਪਹਿਲੇ 999 ਤੱਕ ਦੀ ਗੱਲ ਕਰ ਰਿਹਾ ਮੈਂ 999 ਤੱਕ 7 ਦੇ ਕਿੰਨੇ ਗੁੰਜ ਨੇ 142 7 ਦੇ ਕਿੰਨੇ ਗੁੰਜ ਨੇ 142 ਇਹ ਹੋ ਗਏ ਪਹਿਲੇ 999 ਤੱਕ ਪਰੰਤੂ ਇਹਨਾਂ ਦੇ ਵਿੱਚ ਅਗਰ ਮੈਂ ਪਹਿਲੇ 999 ਸੰਖਿਆਵਾਂ ਦੇਖਾਂ ਕਿਹੜੀਆਂ ਸੰਖਿਆਵਾਂ ਨਹੀਂ ਹੈਗੀਆਂ ਆ ਪਹਿਲੀਆਂ 99 ਸੰਖਿਆਵਾਂ ਇਹਦੇ ਵਿੱਚ ਨਹੀਂ ਹੈਗੀਆਂ ਕਿਉਂਕਿ ਆਪਾਂ ਕਿਹਦੀ ਗੱਲ ਕਰਨੀ ਹੈ 3 ਅੰਕਾਂ ਦੀ। ਦੇਖੋ ਇੱਥੇ ਤਾਂ ਆਪਾਂ 999 ਨੂੰ ਵੰਡਿਆ ਇਹਦੇ ਵੰਡਣ ਦਾ ਮਤਲਬ ਇਹ ਹੋ ਗਿਆ ਆਪਾਂ ਪਹਿਲੇ 999 ਤੱਕ 7 ਦਾ ਜੇ ਪਹਾੜਾ ਪੜਾਂਗੇ 142 ਗੁੰਜ ਆਪਣੇ ਕੋਲੇ ਬਣ ਜਾਣਗੇ ਪਰੰਤੂ ਆਪਾਂ ਜਿਹੜੀ ਗੱਲ ਕਰਨੀ ਹੈ ਆਪਾਂ ਉਹ 3 ਅੰਕਾਂ ਵਾਲੀ ਸੰਖਿਆਵਾਂ ਦੀ ਕਰਨੀ ਹੈ। ਤਾਂ ਕਹਿਣ ਦਾ ਮਤਲਬ ਆਪਾਂ ਨੂੰ ਆ 99 ਸੰਖਿਆਵਾਂ ਵਾਲਾ ਜਿਹੜਾ ਪਾਰਟ ਹੈ ਉਹ ਕੀ ਕਰਨਾ ਪਊਗਾ ਇਹਦੇ ਵਿੱਚੋਂ ਘਟਾ ਕਰਨਾ ਪਊਗਾ। ਕਿਵੇਂ ਕਿਉਂਕਿ ਆਪਾਂ 7 ਦੇ ਗੁੰਜ ਦੀ ਗੱਲ ਕਰ ਰਹੇ ਹਾਂ 7 ਏਕਮ 7 2 9 7 ਚੌਕਾ 28 1 ਤਾਂ ਪਹਿਲੇ 99 ਤੱਕ ਕਿੰਨੇ ਗੁੰਜ ਨੇ ਆਪਣੇ ਕੋਲੇ 14 ਤਾਂ ਫਿਰ 100 ਤੋਂ ਲੈ ਕੇ 999 ਤੱਕ ਕਿੰਨੇ ਗੁੰਜ ਰਹਿ ਗਏ 128 ਇਹ ਚੈੱਕ ਕਰੋ ਆਪਣਾ ਇਹੀ ਆਨਸਰ ਆਇਆ ਸੀ। ਦੇਖੋ ਦੋਨੋਂ ਤਰੀਕੇ ਨੇ ਇੱਕ ਸ਼ਾਰਟ ਤਰੀਕਾ ਆ ਗਿਆ ਜੇ ਤੁਸੀਂ ਇਹਨੂੰ ਡਾਇਰੈਕਟ ਡੀਲ ਕਰਨਾ ਚਾਹੋ ਤਾਂ ਵੈਰੀ ਈਜ਼ੀਲੀ ਆਪਾਂ ਇਸ ਨੂੰ ਕਰ ਸਕਦੇ ਹਾਂ। ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਕੁਐਸਚਨਸ ਤੇ ਕਿਵੇਂ ਗੱਲ ਕਰਨੀ ਹੁਣ ਦੇਖੋ ਅੱਗੇ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਆਪਾਂ ਅੱਗੇ ਕੁਐਸਚਨਸ ਕੀ ਨੇ ਜਿਵੇਂ ਖਾਲੀ ਥਾਵਾਂ ਭਰੋ ਇੱਕ ਛੋਟਾ ਕੁਐਸਚਨ ਲੈ ਕੇ ਚੱਲ ਰਹੇ ਹਾਂ 9 19 ਤੇ ਖਾਲੀ ਥਾਵਾਂ ਦਾ ਫਿਰ ਮਤਲਬ ਕੀ ਹੋ ਗਿਆ ਦੇਖੋ ਧਿਆਨ ਨਾਲ ਕੁੱਲ ਆਪਾਂ ਨੇ ਕੋਲੇ 4 ਪਦ ਨੇ ਤੇ 4 ਪਦ ਦੇ ਵਿੱਚੋਂ ਆਹ ਕਿਹੜਾ ਹੋ ਗਿਆ ਪਹਿਲਾ ਆਹ ਕਿਹੜਾ ਹੋ ਗਿਆ ਤੀਸਰਾ ਪਹਿਲਾ ਤੇ ਤੀਸਰਾ ਕੀ ਕਰਤਾ ਮਿਸ ਕਰਤਾ ਕਿਹੜਾ ਦਿੱਤਾ ਹੋਇਆ ਆਪਾਂ ਨੂੰ ਦੂਜਾ ਅਤੇ ਚੌਥਾ ਪਦ। ਤਰੀਕਾ ਕੀ ਹੈ ਇੱਕ ਹੱਲ ਕਰਨ ਦਾ ਦੇਖੋ ਚੌਥਾ ਪਦ 19 ਦੂਸਰਾ ਪਦ 9 ਚੌਥੇ ਦਾ ਮਤਲਬ a plus 3d ਇਹੀ ਫਾਰਮੂਲਾ ਹੈ ਨਾ ਦੂਜੇ ਦਾ ਮਤਲਬ a plus d ਘਟਾ ਕੀਤਾ ਦੂਜੀ ਸਮੀਕਰਨ ਦੇ ਨਿਸ਼ਾਨ ਬਦਲ ਜਾਂਦੇ ਆ ਇਹ ਕੱਟ ਗਿਆ ਇਹਦੇ ਅੱਗੇ ਕੋਈ ਸੰਖਿਆ ਨਹੀਂ ਹੈਗੀ ਆਪਾਂ 1 ਲਿਖਦੇ ਹਾਂ 3 ਚੋਂ 1 ਘਟਾਇਆ 2d 19 ਚੋਂ 9 ਘਟਾਏ 10 10 ਵਟਾ 2 ਕਿੰਨਾ ਆ ਗਿਆ 5 ਆ ਗਿਆ ਅੰਤਰ ਕਿੰਨਾ ਆ ਗਿਆ 5 ਦੇਖੋ ਉਦੋਂ ਬਾਅਦ ਸਿੱਧਾ ਕਰਨਾ ਕੰਮ ਹੱਲ ਕਰਨ ਦੇ ਚੱਕਰ 'ਚ ਨਾ ਪਾਓ ਸਾਰਾ ਦੇਖੋ ਅੰਤਰ 5 ਹੈ ਇਹ ਵਾਧੇ ਕਰਨ ਦੇ ਵਿੱਚ ਹੈ ਕਿਉਂਕਿ ਪਲੱਸ ਹੈ ਤਾਂ ਇਹਦੇ ਵਿੱਚ 5 ਜੋੜਤਾ 14 ਇਹ ਚੋਂ 5 ਘਟਾਤਾ 4 ਸਿੱਧੀ ਜਿਹੀ ਗੱਲ ਹੈ। ਦੇਖੋ ਆਪਾਂ ਨੂੰ ਕੀ ਦਿੱਤਾ ਹੈ ਦੂਸਰਾ ਪਦ ਦੇਤਾ ਤਾਂ ਤੀਸਰੇ ਪਦ ਲਈ ਅੰਤਰ ਜੋੜ ਦਾਂਗੇ ਪਹਿਲੇ ਪਦ ਲਈ ਅੰਤਰ ਕੀ ਕਰ ਦਾਂਗੇ ਘਟਾ ਦਾਂਗੇ ਕਿਉਂਕਿ ਆਪਾਂ ਪਿੱਛੇ ਜਾਣਾ ਉਰੇ ਅੱਗੇ ਜਾਣਾ ਜੋੜਤਾ ਕਿਉਂਕਿ ਅੰਤਰ ਪਲੱਸ ਦਾ ਹੈ ਉੱਥੇ ਪਿੱਛੇ ਜਾਣਾ ਆਪਾਂ ਘਟਾਤਾ 9 ਚ 5 ਜੋੜਿਆ 14 9 ਚ 5 ਘਟਾਏ 4 ਤਾਂ ਇੱਥੋਂ ਬੜੀ ਆਸਾਨੀ ਦੇ ਨਾਲ ਆਪਾਂ ਦੇਖੋ ਡਾਇਰੈਕਟ ਆਪਾਂ ਇਹਨੂੰ ਹੱਲ ਕਰ ਸਕਦੇ ਹਾਂ ਸਿਰਫ ਇੰਨਾ ਕੁ ਪਾਰਟ ਹੱਲ ਕਰਕੇ। ਇੱਕ ਹੋਰ ਇੱਥੇ ਆਪਾਂ ਧਿਆਨ ਨਾਲ ਗੱਲ ਕਰਾਂਗੇ ਆਪਾਂ ਡਾਇਰੈਕਟ ਮਲਟੀਪਲ ਕਿਵੇਂ ਕਰਨਾ ਦੇਖੋ ਇੰਪੋਰਟੈਂਟ ਚੀਜ਼ ਇੱਥੇ ਆਪਾਂ ਨੂੰ 2 ਵੈਲਿਊਜ਼ ਮਿਸ ਨੇ ਕਿਹੜੀ ਪਹਿਲਾ ਪਦ ਤੀਸਰਾ ਪਦ ਆ ਗਿਆ ਦੂਸਰਾ ਚੌਥਾ ਜੋ ਆਪਾਂ ਨੂੰ ਦਿੱਤੇ ਹੋਏ ਨੇ ਠੀਕ ਆ 2 ਦਿੱਤੇ ਹੋਏ ਨੇ ਇਹਨਾਂ ਦਾ ਅੰਤਰ
चौथा दूसरा, ध्यान नाल सुनिए मेरी गल, चौथा दूसरा अंतर किता, 4 ते 2 चों अंतर किता, तो यदा अंतर की होना है 2D होना है। ये गल बड़ी इंपॉर्टेंट है। मैं एग्जाम्पल लैना क्योंकि बड़ा शॉर्ट मैथड है, क्लीयर करने के लिए मैं एक AP लेके चलदा, उन्होंने समझाने तो पहला आप एक AP ले रहे हैं 2 4 6 8 10 12, यही है ना। ये पहला पद, ये दूसरा पद, तीसरा पद, चौथा पद, पंजवां पद, छेवां पद। 6 का जिहड़ा अंतर है उन्होंने मैं अगर D लिखा तो किन्ने किन्ने का अंतर है, 2 2 का, 2 2 का। पर मैं हुण सिर्फ गल कर रहा इन्हां दी, A1 A3 A5, एक एक विचों छड्डती, पिछे की बचिया 2 6 10, यही बचे ना। हुण इन्हां दा अंतर देखो किन्ना आ गया, 4 4 का आ गया। तो जे D के हिसाब नाल गल करिए ये 2D आ गया। क्यों आ गया, 2 चों 1 घटाया, जे 1D है, गल नूं सब देखो फोकस करना जिस चीज़ से, 1 2 3 लगातार ने, 1 2 3 4 5 6 7 गिनती लगातार है, तो अंतर हो गया D। ਉਹਦੇ ਵਿੱਚੋਂ मैंने एक घटाता, हुण उरे देखो आ ਜਿਹੜੀਆਂ ਸੰਖਿਆਵਾਂ ਨੇ, ਇੱਥੇ ਅੰਤਰ ਕਿੰਨਾ ਆ ਗਿਆ 2, ਤਾਂ ਪਹਿਲਾਂ DD ਸੀ, ਹੁਣ 2D ਹੋ ਗਿਆ। ਜੇ ਆਪਾਂ 3 3 ਦਾ ਗੈਪ ਪਾ ਦਾਂਗੇ ਕਿੰਨਾ ਹੋ ਜੂ, 3D ਹੋ ਜੂ। ਜੇ ਆਪਾਂ 4 4 ਦਾ ਗੈਪ ਪਾ ਦਾਂਗੇ ਕਿੰਨਾ ਹੋ ਜੂ, 4D ਹੋ ਜੂ। ਆ ਚਾਰਾਂ ਦਾ ਜਿਹੜਾ ਅੰਤਰ ਹੈ ਉਹ ਆਪਣਾ ਕੀ ਹੈ, D ਹੈ। ਚਾਰਾਂ ਦਾ ਜਿਹੜਾ ਅੰतर ਹੈ ਉਹ D ਹੈ। ਹੁਣ ਆਪਾਂ ਨੂੰ ਕੀ ਦਿੱਤਾ ਹੋਇਆ ਦੇਖੋ, दूसरा ते चौथा, इन्हां दोहां च किन्ने दा फर्क पै गया, 2 का, तो इन्हां अंतर किन्ना होना है, 2D का होना है। तो अंतर आ गया 2D, तो इधरों अंतर किन्ना आ गया 10, तो D किन्ना आ गया 10/2 5। इस अकॉर्डिंग भी आप इनू हल कर सकते हैं। मैं एक उदाहरण होर लेना, इस टाइप के क्वेश्चन के लिए थोड़ा जा होर क्लीयर हो चुका। देखो क्वेश्चन है अपने को 7, एक खाली 27, तो ध्यान नाल लिखा जाए, आ पहले, दूसरा, तीसरा, चौथा, पंजवां, छेवां, इन्हां 6 का जिहड़ा अंतर है अपना D या 1D है। ठीक, की दिता देखो आपां नूं, पहला दिता है, तीसरा दिता है, छेवां दिता है ना। तो देखो अगर मैं इहदे अंतर की गल करूँगा, 3 चों 1 घटाए वो होगा 2D। जे आप इन्हां दी गल करिए, सपोज 6 चों 3 घटाए 3D। क्वेश्चन की हल की गल नहीं कर रहा, एक कॉन्सैप्ट की बनया मैं वो गल कर रहा। तो इस तरीके दे नाल आपां इहनूं हल करते हैं। अगर ध्यान च होवे, लास्ट ईयर जिहड़ा 2017 च नैस का पेपर होया सी, उहदे विच एक क्वेश्चन आया सी। देखो की क्वेश्चन सी जो आपां गल कीती है, कहंदे जेकर AP विच A1 A2 A3 A4 AV ਦਾ अंतर D है, ਤਾਂ A1 A5 A9 A13 ਦਾ अंतर हाँ जी किन्ना होना है दसो मैनू। ਇੱਥੇ ਸਾਰਿਆਂ ਦਾ ਇੱਕ D है, ਉਰੇ किन्ने ਦਾ अंतर पै गया 4 ਦਾ, ਤਾਂ ਇਹ किन्ना होगा 4D होना है। अगर कहता, इसे क्वेश्चन मैं रिपीट कर रहा, A1 A3 A5 उन्हों का अंतर कितना होगा 2, 1 आ रहा 2D होना है। होर देखते हैं A1 A4 A7 A10, इत्थे किन्ने किन्ने का अंतर चल रहा 3 3 का, 1D आ रहा, ये कितना हो गया 3D का। सेम अगर थोड़ा मैं मॉडिफाई होर कर रहा क्वेश्चन नूं, A3 A4 A5 AV का अंतर 2D है। हुण फर्क की पाता, हुण तक आपां नूं D की गल कीती सी, मैं इत्थे 2D लिखता, तो इसदा मतलब की हो गया फिर जदों आपां A1 A3 A5 की गल करांगे, इन्हां दा अंतर 2 2 है, 2D आ पिया, तो किन्ना अंतर हो जाऊगा इन्हां दा 4D। मतलब जिन्ना उरे अंतर होगा वो आपां उन्हां की कर दांगे, गुना कर दांगे। तो इस तरीके दे नाल आपां क्वेश्चन नूं बड़ी आसानी दे नाल कर सकते हाँ। ये अपने को क्वेश्चन है जो पिछले साल नैस दे विच आया सी। देखो कॉन्सैप्ट उही चल रहा है, सिर्फ स्टेटमेंट को मॉडिफाई करता कि बेसिकली तुसीं की गल कीती है। एक होर इंपॉर्टेंट चीज़ है मैं गल कर रहा, अगर 3 पद कोई भी नाम ले लिया ABC AP विच हैं, ये बड़ा इंपॉर्टेंट क्वेश्चन है।
ਤਿੰਨ ਲਗਾਤਾਰ ਪਦ ਦੇਤੇ ਜਿਹੜੇ ਏਪੀ ਚ ਨੇ। ਹੁਣ ਜੇ ਏਪੀ ਚ ਨੇ ਤਾਂ ਖਾਸੀਅਤ ਕੀ ਹੋਊਗੀ, ਏ ਅਤੇ ਬੀ ਦਾ ਅੰਤਰ, ਪਹਿਲੇ ਦੋ ਦਾ ਅੰਤਰ ਦੂਸਰੇ ਅਤੇ ਤੀਸਰੇ ਦੇ ਅੰਤਰ ਦੇ ਬਰਾਬਰ ਹੁੰਦਾ ਹੈ। ਇਹਦੀ ਸਭ ਤੋਂ ਵੱਡੀ ਖਾਸੀਅਤ ਹੈ, ਮਤਲਬ ਦੂਜੇ ਚੋਂ ਪਹਿਲਾ ਘਟਾਇਆ, ਤੀਸਰੇ ਚੋਂ ਦੂਸਰਾ ਘਟਾਇਆ। ਬੀ ਇੱਧਰ ਆ ਕੇ ਪਲੱਸ ਦਾ ਹੋ ਗਿਆ, ਏ ਉੱਧਰ ਆ ਕੇ ਪਲੱਸ ਦਾ ਹੋ ਗਿਆ, 2b। ਦੇਖੋ ਮੈਂ ਇੱਕ ਰਿਜ਼ਲਟ ਤੇ ਆ ਰਿਹਾ ਹੁਣ, ਸਭ ਤੋਂ ਵੱਡੀ ਗੱਲ, ਤੇ b ਬਰਾਬਰ ਇਹ। ਤਾਂ ਚੈੱਕ ਕਰਕੇ ਦੇਖੋ ਧਿਆਨ ਨਾਲ, ਵਿਚਕਾਰਲੀ ਰਕਮ, ਵਿਚਕਾਰਲਾ ਪਦ ਕਿਹਦੇ ਬਰਾਬਰ ਹੈ, ਪਹਿਲਾ ਪਲੱਸ ਤੀਸਰਾ ਪਦ ਵਟੇ 2। ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਏਪੀ ਦਾ, ਜੋ ਆਪਣੇ ਕੋਲੇ ਪੈਸ ਦੇ ਨਾਲ ਸੰਬੰਧਿਤ ਹੈ, ਜੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੀ ਆਪਾਂ ਗੱਲ ਕਰ ਰਹੇ ਹਾਂ। ਕਿ ਜੋ ਤਿੰਨ ਟਰਮ ਏਪੀ ਦੇ ਵਿੱਚ ਹਨ, ਤਾਂ ਅਸਲ ਦੇ ਵਿੱਚ ਫਿਰ ਕੀ ਹੋ ਗਿਆ, ਪਹਿਲਾ ਅਤੇ ਦੂਜੇ ਦਾ ਅੰਤਰ ਕਿਹਦੇ ਬਰਾਬਰ ਹੋ ਜੂ, ਦੂਜੇ ਅਤੇ ਤੀਸਰੇ ਦੇ। ਤਾਂ ਬੇਸਿਕਲੀ ਉਹ ਰਿਜ਼ਲਟ ਕੀ ਬਣ ਗਿਆ ਕਿ ਵਿਚਕਾਰਲਾ ਪਦ ਕਿਹਦੇ ਬਰਾਬਰ ਆਊਗਾ, ਪਹਿਲਾ ਪਲੱਸ ਤੀਸਰਾ ਪਦ ਵਟੇ 2 ਆਣਾ ਹੈ। ਤਾਂ ਦੇਖੋ ਇਸ ਤਰ੍ਹਾਂ ਦੇ ਕੁਐਸਚਨ ਹੈ। ਮੈਂ ਇੱਕ ਲਾਸਟ ਕੁਐਸਚਨ ਦੀ ਹੁਣ ਗੱਲ ਕਰ ਰਿਹਾ, ਏਪੀ 3 8 13 253 ਵਿੱਚ ਅੰਤਿਮ ਤੋਂ ਵਿਮਾ ਪਦ ਪਤਾ ਕਰੋ। ਇੱਕ ਆ ਕੁਐਸਚਨ ਆਪਣੇ ਕੋਲੇ ਹੈਗਾ, ਦੇਖੋ ਅੰਤਿਮ ਤੋਂ ਵਿਮਾ ਪਦ। ਅੰਤਿਮ ਦਾ ਮਤਲਬ ਪਿੱਛੋਂ, ਇਧਰਲੀ ਸਾਈਡ ਤੋਂ ਉਲਟਾ ਚੱਲਣਾ ਹੈ ਆਪਾਂ। ਤੇ ਜਦੋਂ ਆਪਾਂ ਉਲਟਾ ਚੱਲਣਾ ਹੈ ਤਾਂ ਜਿਹੜਾ ਪਿੱਛੋਂ ਵਿਮਾ ਪਦ ਹੈ, ਜਦੋਂ ਮੈਂ ਸੀਰੀਜ਼ ਹੀ ਪੁੱਠੀ ਕਰਤੀ, ਪੁੱਠੀ ਦਾ ਮਤਲਬ ਦੇਖੋ ਸੀਰੀਜ਼ ਨੂੰ ਉਲਟਾਤਾ, ਤਾਂ ਇਹ ਨਾਰਮਲ ਵਿਮਾ ਪਦ ਇਧਰੋਂ ਬਣ ਗਿਆ ਨਾ, ਤਾਂ ਜਿਹਨੂੰ ਆਪਾਂ ਕਹਿੰਦੇ ਸ਼ੁਰੂਆਤ ਤੋਂ ਵਿਮਾ ਪਦ। ਕੀ ਹੋ ਗਿਆ, ਸ਼ੁਰੂਆਤ ਤੋਂ ਵਿਮਾ ਪਦ। ਕੀ ਫਾਰਮੂਲਾ ਹੋ ਗਿਆ ਫਿਰ, a + 19d। a ਕਿੰਨਾ ਹੈ, 253। ਲੜੀ ਦੇਖੋ ਕਿਹੜੇ ਕਰਮ ਚ ਹੈ, ਘੜ ਦੇ ਕਰਮ ਚ। ਘੜ ਦੇ ਕਰਮ ਚ ਅੰਤਰ ਹਮੇਸ਼ਾ ਕੀ ਹੁੰਦਾ ਹੈ, ਮਾਈਨਸ ਦਾ। ਕਿੰਨਾ ਘਟ ਰਿਹਾ, ਇੱਥੋਂ ਨਹੀਂ ਪਤਾ ਲੱਗ ਰਿਹਾ, ਇੱਥੋਂ ਦਾ ਪਤਾ ਲੱਗ ਰਿਹਾ ਕਿੰਨਾ ਕਿੰਨਾ ਘਟ ਰਿਹਾ, 5। ਤਾਂ ਇਹਦਾ ਮਤਲਬ ਜਿਹੜਾ ਅੰਤਰ ਹੈ ਕੀ ਆ ਗਿਆ, -5। ਕਿਉਂ ਆਇਆ, ਘਟ ਦੇ ਕਰਮ ਕਰਕੇ ਮਾਈਨਸ ਹੋ ਗਿਆ, 5 5 ਘਟੀ ਜਾਂਦਾ ਤਾਂ -5 ਹੋ ਗਿਆ। ਪਲੱਸ ਮਾਈਨਸ ਮਾਈਨਸ 19 5 95, ਘਟਾ ਕੀਤਾ, ਆਪਣੇ ਕੋਲੇ ਕਿੰਨਾ ਆਂਸਰ ਆ ਗਿਆ, 158 ਆਂਸਰ ਆਪਣੇ ਕੋਲੇ ਆ ਚੁੱਕਿਆ। ਹੋਰ ਐਗਜ਼ਾਮਪਲ ਆਪਾਂ ਇੱਕ ਲੈ ਲੈਂਦੇ ਹਾਂ। ਇੱਥੇ ਐਗਜ਼ਾਮਪਲ ਹੈ ਆਪਣੇ ਕੋਲੇ ਏਪੀ 5 9 13 195 ਵਿੱਚ ਅੰਤਿਮ ਤੋਂ 18ਵਾਂ ਪਦ ਪਤਾ ਕਰੋ। ਦੇਖੋ ਨਾ ਕੁਐਸਚਨ ਹੈ, ਕੀ ਲਿਖਿਆ ਹੋਇਆ ਆਪਣੇ ਕੋਲੇ, ਚੈੱਕ ਕਰੋ। ਅੰਤਿਮ ਤੋਂ ਮਤਲਬ ਇਧਰਲੀ ਸਾਈਡ ਤੋਂ ਚੱਲਣਾ ਹੈ ਆਪਾਂ। ਸੀਰੀਜ਼ ਪੁੱਠੀ ਕਰਤੀ, 195 13 9 5। ਕਿਉਂਕਿ ਸੀਰੀਜ਼ ਘਟ ਦੇ ਕਰਮ ਚ ਹੈ ਤਾਂ ਜਿਹੜਾ ਅੰਤਰ ਕਾਹਦਾ ਹੋਊਗਾ, ਮਾਈਨਸ ਦਾ। ਕਿੰਨਾ ਕਿੰਨਾ ਘਟ ਰਿਹਾ, 4 4। ਤਾਂ ਆਪਾਂ ਨੂੰ ਕਿੰਨਾ ਪਦ ਚਾਹੀਦਾ, 18ਵਾਂ ਪਦ। ਇਹ ਹੋ ਗਿਆ a + 17d। ਪਹਿਲੀ ਰਕਮ 195, d ਕਾਹਦਾ ਹੋ ਗਿਆ, ਮਾਈਨਸ ਦਾ। ਪਲੱਸ ਮਾਈਨਸ ਮਾਈਨਸ 17 ਚੌਕੇ 68, ਘਟਾ ਕਰੋ ਕਿੰਨਾ ਆ ਗਿਆ ਆਪਣੇ ਕੋਲੇ, 127 ਆ ਗਿਆ। ਤਾਂ ਇਸ ਏਪੀ ਦੇ ਵਿੱਚ ਆਪਣੇ ਕੋਲ ਕੀ ਬਣ ਗਿਆ, ਕੁਐਸਚਨ। ਤਾਂ ਦੋਸਤੋ ਇਹ ਸੀ ਆਪਣੇ ਕੋਲੇ ਏਪੀ ਦੇ ਪਹਿਲੇ ਟੌਪਿਕ ਦੀ ਲਰਨਿੰਗ ਆਊਟਕਮ ਪੈਸ ਦੇ ਅਕੋਰਡਿੰਗ ਫਸਟ ਐਕਸਰਸਾਈਜ਼, ਕਿ ਕਿਵੇਂ ਤੁਸੀਂ ਕੁਐਸਚਨ ਨੂੰ ਧਿਆਨ ਚ ਰੱਖਿਆ ਗਿਆ, ਕਿਸ ਤਰ੍ਹਾਂ ਦੇ ਕੁਐਸਚਨ ਆਪਣੇ ਆ ਸਕਦੇ ਆ। ਕਿਉਂਕਿ ਟੌਪਿਕ ਸੇਮ ਹੈ, ਬਸ ਥੋੜਾ ਬਹੁਤ ਟਰਮੋਲੋਜੀ ਚੇਂਜ ਕੀਤਾ ਹੋਇਆ ਹੈ। ਤਾਂ ਇਹ ਸੀ ਆਪਣਾ ਪਹਿਲਾ ਟੌਪਿਕ ਆਫ ਲਰਨਿੰਗ ਆਊਟਕਮ ਆਫ ਏਪੀ। ਥੈਂਕ ਯੂ।